सोई प्रभ मानै ओ राम नाम रंग राते। जो करते ने परमेश्वर ਉਹੀ ਮੰਨਦਾ। ਕਿਹਨਾਂ ਦੀ ਮੰਨਦਾ? ਸਾਧ ਸੰਗਤ ਜਿਨ੍ਹਾਂ ਨੂੰ ਆਪਾਂ ਸਾਧੂ ਕਹਿੰਦੇ ਹਾਂ, ਜਿਨ੍ਹਾਂ ਨੂੰ ਆਪਾਂ ਸੰਤ ਕਹਿੰਦੇ ਹਾਂ, ਜਿਨ੍ਹਾਂ ਨੂੰ ਆਪਾਂ ਭਗਤ ਕਹਿੰਦੇ ਹਾਂ, ਜਿਨ੍ਹਾਂ ਨੂੰ ਆਪਾਂ ਤੱਤ ਵੇਤੇ ਬ੍ਰਹਮ ਗਿਆਨੀ ਕਹਿੰਦੇ ਹਾਂ। ਹਰ ਇੱਕ ਦੀ ਨਹੀਂ ਮੰਨਦਾ ਮਾਲਕ, ਇਹ ਨਾ ਸਮਝ ਲੈਣਾ। ਹਾਂ ਇੱਕ ਗੱਲ ਹੈ, ਜਿਵੇਂ ਹੁਣ ਸੰਗਤ ਆ ਰਹੀ ਹੈ ਨਾ, ਇੱਕ ਚਿੱਤ ਜੋ ਇੱਕ ਛਿਨ ਧਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ। ਕਲਗੀਧਰ ਪਾਤਸ਼ਾਹ ਦਾ ਬਚਨ ਹੈ ਵੀ ਸਤਿਗੁਰੂ ਮੇਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਤੇ ਕਰੇ ਕਿਰਪਾ, ਆਪਣਾ ਕਿਤੇ ਮਨ ਕੁਛ ਸਮੇਂ ਲਈ ਇਕਾਗਰ ਹੋ ਜਾਏ ਤਾਂ ਉਸ ਫਿਰ ਅਰਦਾਸ ਨੂੰ ਕਹਿੰਦੇ ਨੇ ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਉਹ ਫਿਰ ਅਰਦਾਸ ਵਿਅਰਥ ਨਹੀਂ ਜਾਂਦੀ। ਸਾਧ ਸੰਗਤ ਕਿਹੜੀ?
ਜਿਹੜੀ ਇੱਕ ਮਨ ਚਿੱਤ ਹੋ ਕੇ ਕੀਤੀ ਜਾਂਦੀ ਹੈ, ਉੱਥੇ ਹੀ ਧਿਆਨ ਲਿਆਓ। ਜਪਜੀ ਸਾਹਿਬ ਦੇ ਵਿੱਚੋਂ ਮਨ ਗਾਇਬ ਹੋ ਜਾਂਦਾ, ਕਿੱਥੇ ਗਿਆ? ਬਸ ਇਸ ਗੱਲ ਨੂੰ ਸਮਝਣਾ ਹੈ, ਇਸ ਗੱਲ ਨੂੰ ਪਕੜਨਾ ਹੈ। ਜਿੱਦਣ ਇਹ ਗੱਲ ਸਮਝ ਆ ਗਈ ਨਾ ਸਾਧ ਸੰਗਤ, ਆ ਜਿੰਨੇ ਮੇਰੇ ਵੀਰ ਬੈਠੇ ਨੇ, ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਨੇ, ਸਾਰੀ ਸੰਤ ਰੂਪ ਹੋ ਜਾਓਗੇ। ਜਿੱਦਣ ਇਹ ਗੱਲ ਸਮਝ ਆ ਗਈ, ਸਮਝੋ ਇਸ ਗੱਲ, ਕਿਉਂਕਿ ਸੰਤਾਂ ਨੇ, ਮਹਾਂਪੁਰਸ਼ਾਂ ਨੇ ਇਹੀ ਕੁਛ ਆਪਾਂ ਨੂੰ ਸਿਖਾਉਣਾ ਹੁੰਦਾ ਕਿ ਇਹ ਜਿਹੜਾ ਆਪਣਾ ਮਨ ਹੈ ਨਾ, ਇਹ ਸਾਰਾ ਖੇਲ ਹੀ ਮੰਨਦਾ ਸਾਧ ਸੰਗਤ। ਇਹ ਸਾਰਾ ਜਿਹੜਾ ਖੇਲ ਹੈ ਨਾ, ਇਹ ਸਾਰਾ ਖੇਲ ਮੰਨਦਾ। ਇਹ ਮਨ ਆਪਣਾ ਪਤਾ ਨਹੀਂ ਕਦੋਂ ਕਿੱਥੇ ਉਡਾਰੀਆਂ ਮਾਰ ਜਾਂਦਾ। ਇਸ ਮਨ ਨੂੰ ਹੀ ਕਾਬੂ ਕਰਨਾ ਸਾਧ ਸੰਗਤ। ਇੱਕ ਵਾਰੀ ਇੱਕ ਗੁਰਮੁਖ ਸੁਣਾਵੇ, ਕਹਿੰਦੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਿਸੇ ਦੇ ਘਰ ਗਏ, ਵਿਆਹ ਤੇ ਬਹੁਤ ਘੱਟ ਜਾਇਆ ਕਰਦੇ ਸਨ, ਪਰ ਚਲੋ ਕੋਈ ਗੁਰਮੁਖ ਪਿਆਰਾ ਜਿੱਦ ਕਰਨ ਲੱਗਿਆ। ਮਹਾਂਪੁਰਖ ਕਹਿੰਦੇ ਠੀਕ ਹੈ ਭਾਈ, ਪਹੁੰਚ ਜਾਗੇ। ਕਹਿੰਦੇ ਜਦੋਂ ਉੱਥੇ ਗਏ ਆ, ਉੱਥੇ ਉਹ ਜਿਹੜੀਆਂ ਬੀਬੀਆਂ ਸਨ ਵਿਆਹ ਦੇ ਵਿੱਚ ਮਿਲਣ ਆਈਆਂ ਹੋਈਆਂ, ਉਹ ਕਈ ਤਰ੍ਹਾਂ ਦੇ ਗੀਤ ਗਾ ਰਹੀਆਂ ਸਨ, ਕਈ ਤਰ੍ਹਾਂ ਦੀਆਂ ਸਿੱਠਣੀਆਂ ਦੇ ਰਹੀਆਂ ਸਨ। ਸੰਤ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦਾਸ ਨੇ ਦਰਸ਼ਨ ਨਹੀਂ ਕੀਤੇ ਸਾਧ ਸੰਗਤ, ਪਰ ਜਿਨ੍ਹਾਂ ਨੇ ਕੀਤੇ ਨੇ ਉਹ ਦੱਸਦੇ ਨੇ, ਕਹਿੰਦੇ ਮਹਾਂਪੁਰਸ਼ਾਂ ਨੂੰ ਗੁੱਸਾ ਬਹੁਤ ਘੱਟ ਆਇਆ ਕਰਦਾ ਸੀ, ਕਦੇ ਬੋਲਦੇ ਗੁੱਸੇ 'ਚ ਨਹੀਂ ਬੋਲਦੇ ਕਦੇ। ਜੇ ਕਦੇ ਕਿਸੇ ਨੂੰ ਤਾੜਨਾ ਵੀ ਤਾਂ ਉਹਨੂੰ ਫਿਰ ਪਿਆਰ ਨਾਲ ਸਮਝਾਉਣਾ ਵੀ, ਕਿਉਂਕਿ ਤਾੜਨਾ ਪੈ ਜਾਂਦਾ ਕਈ ਵਾਰ ਸਾਧ ਸੰਗਤ। ਕਹਿੰਦੇ ਨੇ ਮਹਾਂਪੁਰਖ ਉੱਥੇ ਗਏ ਨੇ, ਉਹ ਬੀਬੀਆਂ ਉੱਧਰੋਂ ਜਨ ਆ ਗਈ, ਜਨ ਦੇ ਵੇਲੇ ਬੀਬੀਆਂ ਨੇ ਸਿੱਠਣੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਤੇ ਮਹਾਂਪੁਰਖ ਖੜੇ ਸਨ ਅਰਦਾਸ ਕਰਨ ਵਾਸਤੇ। ਕਹਿੰਦੇ ਉਹਨਾਂ ਨੇ ਆਖਿਆ, ਬੀਬੀਓ ਆ ਕੀ ਪੜ੍ਹਦੇ ਹੋ ਤੁਸੀਂ? ਆਪ ਜੀ ਜਾਣਦੇ ਹੋ ਮੇਰੀਆਂ ਮਾਤਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਇਹੋ ਜਿਹੀਆਂ ਸਿੱਠਣੀਆਂ, ਕਿਉਂਕਿ ਦਾਸ ਦਾ ਪਿੰਡਾਂ ਦਾ ਜਨਮ ਹੈ। ਬੇਸ਼ੱਕ ਲੁਧਿਆਣੇ ਰਹਿੰਦੇ ਆ, ਪਰ ਜਨਮ ਪਿੰਡਾਂ ਦਾ, ਇਹ ਆਪਾਂ ਦੇਖਿਆ ਵੀ ਹੈ ਪ੍ਰੈਕਟੀਕਲ। ਇਹੋ ਜਿਹੀਆਂ ਸਿੱਠਣੀਆਂ ਦੇ ਵਿੱਚ ਬੀਬੀਆਂ ਗੱਲਾਂ ਕਹਿਣਗੀਆਂ ਵੀ ਜਿਹੜਾ ਵਿਆਹਣ ਵਾਲਾ ਆਇਆ ਉਹਦੇ ਸ਼ਰਮ ਨਾਲ ਸਿਰ ਝੁਕਦਾ ਸਾਧ ਸੰਗਤ ਉਹਨਾਂ ਦੀਆਂ ਗੱਲਾਂ ਸੁਣ ਕੇ। ਤੇ ਮਹਾਂਪੁਰਖ ਹਾਜ਼ਰ ਨੇ, ਉਹਨਾਂ ਨੇ ਬੀਬੀਆਂ ਨੂੰ ਆਖਿਆ, ਮਤਾਵੋ ਮੇਰੀਓ ਭੈਣੋ, ਜੇ ਤੁਸੀਂ ਇਸ ਗੱਲ ਦੀ ਬਜਾਏ ਆਹ ਪੜ੍ਹ ਲਓ, ਪੜ੍ਹਨਾ ਉਹੀ ਹੈ, ਰਸਨਾ ਉਹੀ ਹੈ ਸਾਧ ਸੰਗਤ, ਸਿਰਫ ਪੜ੍ਹਨ ਦਾ ਹੀ ਫਰਕ ਹੈ। ਸਾਜਾਂ ਤੋਂ ਬਿਨਾਂ ਪੜਾਂਗੇ। ਸਾਰੇ ਜਣੇ ਬੋਲਿਓ ਪਹਿਲਾਂ ਦਾਸ, ਫਿਰ ਸਾਰਾ ਜੱਥਾ ਬੀਬੀਆਂ ਤੇ ਜੱਥਾ ਇਕੱਠਾ ਹੀ ਬੋਲੇਗਾ। ਤੇਰੀ ਮੱਧ ਵਿੱਚ ਵੇ, ਤੇਰੀ ਮੱਧ ਵਿੱਚ ਵੇ, ਬੂਟਾ ਰਾਈ ਦਾ, ਤੇਰੀ ਮੱਧ ਵਿੱਚ ਵੇ, ਬੂਟਾ ਰਾਈ ਦਾ, ਤੇਰੀ ਮੱਧ ਵਿੱਚ ਵੇ, ਬੂਟਾ ਮੱਧ ਵਿੱਚ ਵੇ, ਬੂਟਾ ਰਾਈ ਦਾ, ਤੇਰੀ 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 ਮੱਧ ਵਿੱਚ ਵੇ, ਬੂਟਾ ਰਾਈ ਦਾ, ਪੁੱਤ ਲੱਗਦਾ ਲਾੜਿਆ ਵੇ, ਪੁੱਤ ਲੱਗਦਾ ਲਾੜਿਆ ਵੇ, ਸੰਤ ਸਿਪਾਹੀ ਦਾ, ਪੁੱਤ ਲੱਗਦਾ ਲਾੜਿਆ ਵੇ, ਸੰਤ ਸਿਪਾਹੀ ਦਾ, ਪੁੱਤ ਲੱਗਦਾ ਲਾੜਿਆ ਵੇ, ਸੰਤ ਸਿਪਾਹੀ ਦਾ, ਪੁੱਤ ਲੱਗਦਾ ਲਾੜਿਆ ਵੇ, ਸੰਤ ਸਿਪਾਹੀ ਦਾ। ਫਿਰ ਇੱਕ ਹੋਰ ਗਲਤਾ ਗਾਉਂਦੀਆਂ ਸਨ, ਤੇਰੀ ਮੱਧ ਵਿੱਚ ਵੇ, ਇੱਕ ਫੁੱਲ ਗੋਭੀ ਦਾ, ਤੇਰੀ ਮੱਧ ਵਿੱਚ ਵੇ, ਇੱਕ ਫੁੱਲ ਗੋਭੀ ਦਾ, ਤੇਰੀ ਮੱਧ ਵਿੱਚ ਵੇ, ਇੱਕ ਫੁੱਲ ਗੋਭੀ ਦਾ, ਤੇਰੀ ਮੱਧ ਵਿੱਚ ਵੇ,
ਬੀਬੀਆਂ ਜੋ ਲਫ਼ਜ਼ ਵਰਤਦੇ ਸਨ ਉਹ ਆਪ ਜੀ ਨੂੰ ਸਮਝ ਆ ਗਈ ਹੋਣੇ, ਇੱਥੇ ਨਹੀਂ ਕਹਿ ਸਕਦੇ ਆਪਾਂ। ਜਦੋਂ ਮਹਾਂਪੁਰਖਾਂ ਨੇ ਆਹ ਗੱਲ ਸਿਖਾਈ ਨਾ ਸਾਧ ਸੰਗਤ, ਹੁਣ ਜਿਹੜਾ ਵਿਆਹੁਣ ਆਇਆ ਉਹਦਾ ਵੀ ਜਿਹੜਾ ਸਿਰ ਸੀ ਨਾ ਉਹ ਅਣਖ ਦੇ ਨਾਲ ਵੀਰ ਰਸ ਦੇ ਵਿੱਚ ਆ ਕੇ ਉੱਚਾ ਹੋ ਗਿਆ। ਹੁਣ ਉਹਨੂੰ ਮੂੰਹ ਨਿਵਾ ਕਰਨ ਦੀ ਲੋੜ ਨਹੀਂ ਪਈ। ਇਹ ਸਨ ਮਹਾਂਪੁਰਖਾਂ ਦੀ ਇੱਕ ਬਹੁਤ ਵੱਡੀ ਦੇਣ, ਜਿਨ੍ਹਾਂ ਨੇ ਬਿਲਕੁਲ ਸਾਦੇ ਢੰਗ ਦੇ ਨਾਲ ਆਪਾਂ ਨੂੰ ਗੁਰਬਾਣੀ ਨਾਲ ਜੋੜਿਆ। ਸਾਧ ਸੰਗਤ, ਕਈ ਵਾਰੀ ਨਾ ਗੁਰਮੁਖ ਪਿਆਰੇ ਆਪਾਂ ਵੀ ਅਰਦਾਸਾਂ ਬੇਨਤੀਆਂ ਕਰਦੇ ਹਾਂ ਵੀ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਦਰ ਤੇ ਆਏ ਆ, ਹੁਣ ਆਪਣੇ ਚਰਨਾਂ ਨਾਲ ਜੋੜੀ ਰੱਖੀ। ਬੇਨਤੀਆਂ ਦਾ ਫਰਕ ਹੈ ਸਾਧ ਸੰਗਤ। ਬੜੀ ਵਾਰੀ ਧਾਰਨਾ ਪੜ੍ਹੀ ਦੀ ਹੈ, ਆਓ ਇੱਕ ਵਾਰੀ ਫੇਰ ਪੜ੍ਹਦੇ ਹਾਂ, ਇਹਦਾ ਅਰਥ ਬਾਅਦ ਚ ਕਰਾਂਗੇ। ਤੇਰੀਆਂ ਦਲੀਜਾਂ ਦਾ ਜਦੋਂ ਆਨੇ ਆ ਨਾ ਦਰ ਤੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਰ ਇੱਕ ਅਰਦਾਸ ਕਰਦਾ ਹੈ, ਤੇਰੀਆਂ ਦਲੀਜਾਂ ਦਾ ਮੈਂ ਖਹਿੜਾ ਨਹੀਂਓ ਛੱਡਣਾ, ਖਹਿੜਾ ਨਹੀਂਓ ਛੱਡਣਾ, ਤੇਰੇ ਦਰ ਵਾਜੋ ਪਰਵਾ ਕਿਤੇ ਵੀ ਨਾ ਅੱਡਣਾ, ਤੇਰੇ ਦਰ ਵਾਜੋ ਪਰਵਾ ਕਿਤੇ ਵੀ ਨਾ ਅੱਡਣਾ, ਤੇਰੀਆਂ ਦਲੀਜਾਂ ਦਾ ਤੇਰੀਆਂ ਦਲੀਜਾਂ ਖਹਿੜਾ ਨਹੀਂਓ ਛੱਡਣਾ, ਤੇਰੇ ਦਰ ਵਾਜੋ ਪਰਵਾ ਕਿਤੇ ਵੀ ਨਾ, ਤੇਰੇ ਦਰ ਵਾਜੋ ਪਰਵਾ ਤੇਰੀਆਂ ਦਲੀਜਾਂ ਤੇਰੀਆਂ ਦਲੀਜਾਂ ਖਹਿੜਾ ਨਹੀਂਓ ਛੱਡਣਾ, ਖਹਿੜਾ ਨਹੀਂਓ ਛੱਡਣਾ, ਤੇਰੇ ਦਰ ਵਾਜੋ ਪਰਵਾ ਕਿਤੇ ਵੀ ਨਾ ਅੱਡਣਾ, ਤੇਰੇ ਦਰ ਵਾਜੋ ਪਰਵਾ ਕਿਤੇ ਵੀ ਨਾ ਅੱਡਣਾ, ਤੇਰੀਆਂ ਦਲੀਜਾਂ ਤੇਰੀਆਂ ਦਲੀਜਾਂ ਦਾ ਖਹਿੜਾ ਨਹੀਂਓ ਛੱਡਣਾ, ਖਹਿੜਾ ਨਹੀਂਓ ਸੋ ਬੇਨਤੀ ਹੈ ਭਾਈ ਸਰਬੱਤ ਸੰਗਤਾਂ ਨੂੰ, ਜਿਵੇਂ ਵੀ ਮਹਾਂਪੁਰਖਾਂ ਦੇ ਪਿਆਰ ਦੇ ਵਿੱਚ ਆ ਰਹੇ ਆ, ਬੜੀ ਸ਼ਰਧਾ ਭਾਵਨਾ ਨੂੰ ਲੈ ਕੇ। ਸੋ ਜੀਓ ਆਇਆ ਧੰਨਵਾਦ ਕਹਿੰਦੇ ਆ ਨਿਹੰਗ ਸਿੰਘ ਫੌਜਾ, ਜਿਨ੍ਹਾਂ ਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬੜੀ ਮਹਾਨ ਬਖਸ਼ ਕਿਰਪਾ ਰਹਿਮਤ ਹੈ। ਨੀਲੇ ਬਾਣੀ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਿਆਰੇ ਗੁਰੂ ਸਿੱਖ ਨਮਸਕਾਰ ਕਰਦੇ ਨੇ। ਮਹਾਂਪੁਰਖਾਂ ਦੇ ਸਥਾਨਾਂ 'ਤੇ ਜੀਓ ਆਇਆ ਧੰਨਵਾਦ। ਉਹ ਦਿੱਲੀ ਮੋਰਚੇ ਦੇ ਵਿੱਚ ਵੀ ਬਹੁਤ ਨਿਹੰਗ ਸਿੰਘ ਗੁਰੂ ਕੀ ਬਾਣੀ ਔਰ ਬਾਣੀ ਦੇ ਧਾਰਨੀ ਉਹ ਨਿਹੰਗ ਸਿੰਘ ਫੌਜਾਂ ਮੋਰਚੇ ਦੇ ਉੱਤੇ ਬੈਠੇ ਨੇ। ਸੋ ਸਤਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਾ। ਸੋ ਧੰਨਵਾਦ ਕਰਦੇ ਹਾਂ ਸਟੇਜ ਵੱਲੋਂ। ਬੇਨਤੀ ਕਰਦੇ ਹਾਂ ਇੱਕ ਬੱਚਾ ਏਕਮਪ੍ਰੀਤ ਸਿੰਘ ਬਡਰੁੱਖਾਂ ਤੋਂ, ਸੋ ਉਹਨਾਂ ਦੇ ਮਾਮਾ ਜੀ ਭਾਈ ਪਾਲ ਸਿੰਘ ਜੀ ਅਤੇ ਜਗਤਾਰ ਸਿੰਘ ਜੀ, ਉਹ ਬੱਚਾ ਭਾਈ ਉਹ ਗੁੰਮ ਹੋ ਗਿਆ ਹੈ। ਏਕਮਪ੍ਰੀਤ ਸਿੰਘ ਜੀ ਜਿੱਥੇ ਵੀ ਆਵਾਜ਼ ਸੁਣਦਾ ਹੈ ਬੱਚਾ ਜਾਂ ਕਿਸੇ ਕੋਲ ਬੈਠਾ ਹੈ ਤਾਂ ਕਿਰਪਾ ਕਰਕੇ ਜੋ ਬਡਰੁੱਖਾਂ ਦਾ ਲੰਗਰ ਹੈ, ਜਿੱਥੇ ਬਡਰੁੱਖਾਂ ਦਾ ਲੰਗਰ ਹੈ ਜਾਂ ਤੇ ਭਾਈ ਉੱਥੇ ਬੱਚੇ ਨੂੰ ਪਹੁੰਚਾਉਣ ਦੀ ਕਿਰਪਾਲਤਾ ਕਰੋ। ਜਿੱਥੇ ਵੀ ਕੋਈ ਬੱਚਾ ਤੁਹਾਨੂੰ ਦਿਸ ਰਿਹਾ ਹੈ ਤਾਂ ਕਿਰਪਾ ਕਰਕੇ ਏਕਮਪ੍ਰੀਤ ਸਿੰਘ ਜੀ ਬਡਰੁੱਖਾਂ ਤੋਂ ਉਹ ਜੋ ਬਡਰੁੱਖਾਂ ਦਾ ਲੰਗਰ ਹੈ ਉੱਥੇ ਉਹ ਬੱਚੇ ਨੂੰ ਛਕਣ ਦੀ ਕਿਰਪਾਲਤਾ ਕਰਨਾ। ਆਓ ਹੋਰ ਵੀ ਸਾਡੇ ਕੋਲ ਜਥੇ ਪਹੁੰਚ ਰਹੇ ਨੇ, ਆਪਾਂ ਨੇ ਲਾਹੇ ਪ੍ਰਾਪਤ ਕਰਨੇ ਨੇ। ਮਹਾਂਪੁਰਖਾਂ ਨੂੰ ਬੇਨਤੀ ਕਰਦੇ ਨੇ ਕਿ ਧਾਰਨਾ ਪੜ੍ਹ ਕੇ ਫਿਰ ਸਮਾਪਤੀ ਖੁਸ਼ੀਆਂ ਦੇ ਵਿਚਾਰੇ ਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਸਾਧ ਸੰਗਤ ਖਾਲਸੇ ਜੀ ਫੌਜਾਂ ਦੀ ਆਮਦ ਦੀ ਖੁਸ਼ੀ ਵਿੱਚ ਇੱਕ ਧਾਰਨਾ ਪੜ੍ਹਦੇ ਹਾਂ, ਉਸ ਤੋਂ ਬਾਅਦ ਸਮਾਪਤੀ ਦੀ ਧਾਰਨਾ ਪੜ੍ਹ ਕੇ ਸਿਮਰਨ ਦੀ ਜੱਜ ਪਾਵਾਂਗੇ। ਫੌਜ ਨੇ ਦਾਸਾਂ ਸਿਰ ਤਾਜ ਸਜਾਏ, ਐਸਾ ਗੁਰੂ ਖਾਲਸੇ ਦਾ ਦਾਸਾਂ ਸਿਰ ਤਾਜ
ਜਿਹੜੇ ਆਪਣੇ ਵੀਰ ਦਿੱਲੀ ਬੈਠੇ ਨੇ ਨਾ, ਆਪਣੇ ਬੈਠੇ ਨੇ ਸਾਰੇ, ਉਹਨਾਂ ਵੱਲੋਂ ਇੱਕ ਹੁਕਮ ਹੋਇਆ ਸੀ ਕਿ ਜਦੋਂ ਵੀ ਕੋਈ ਵੱਡਾ ਦੀਵਾਨ ਹੋਵੇ, ਵੱਡਾ ਸਮਾਗਮ ਹੋਵੇ, ਉੱਥੇ ਦਸ਼ਮੇਸ਼ ਪਿਤਾ ਦਾ ਇਹ ਸ਼ਬਦ ਦੇਹ ਸਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਇਹ ਜ਼ਰੂਰ ਪੜ੍ਹਨਾ ਹੈ। ਤੇ ਗੁਰਮੁਖ ਪਿਆਰੇ ਬਾਬਾ ਹਰਬਿਆਨ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ ਮੋੜ ਕਲਾਂ ਵਾਲੇ, ਹੋਰ ਬਹੁਤ ਹੀ ਮੇਰੇ ਸਤਿਕਾਰਯੋਗ ਜਿਹੜੇ ਮੇਰੇ ਵੀਰ ਮਹਾਂਪੁਰਖ ਮੇਰੇ ਨਾਲ ਬੈਠੇ ਨੇ, ਦਾਸ ਨਾਮ ਨਹੀਂ ਜਾਣਦਾ, ਸਾਰਿਆਂ ਤੋਂ ਬਸ ਇੱਕ ਮਿੰਟ ਦਾ ਹੀ ਸ਼ਬਦ ਹੈ, ਇਹ ਪੜ੍ਹ ਕੇ ਫਤਿਹ ਬੁਲਾ ਦੇਣੀ ਹੈ। ਜਿਹੜੇ ਵੀਰ ਭੈਣਾਂ ਨਾਲ ਬੋਲ ਸਕਦੀਆਂ ਨੇ ਜ਼ਰੂਰ ਬੋਲਿਓ, ਜਿਹੜੇ ਨਹੀਂ ਬੋਲ ਸਕਦੇ ਉਹ ਸੁਣਨ ਦੀ ਅਵਸਥਾ ਦੇ ਵਿੱਚ ਆ ਜਾਓ, ਕਿਉਂਕਿ ਉਹ ਆਪਣੇ ਵੀਰਾਂ ਦਾ ਹੁਕਮ ਹੈ। ਇੰਨੀ ਠੰਡ ਵਿੱਚ ਬੈਠੇ ਨੇ ਸਾਧ ਸੰਗਤ, ਬੜੇ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ, ਆਪ ਜੀ ਜਾਣਦੇ ਹੀ ਹੋ। ਆਓ ਇੱਕ ਛੋਟਾ ਜਿਹਾ ਸ਼ਬਦ ਦੇਹ ਸੇਵਾ ਪਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਕਰੋ। ਜਿਹੜਾ ਗਾ ਸਕਦਾ ਨਾਲ ਜ਼ਰੂਰ ਗਾਇਓ, ਜਿਹੜਾ ਨਹੀਂ ਗਾ ਸਕਦਾ ਉਹ ਸੁਣਨ ਦੇ ਵਿੱਚ ਆ ਜਾਓ। ਸਾਨੂੰ ਦੇਹ ਸੇਵਾ ਭਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਕਰੋ। Hallelujah.
सिर्फ कर अपने जीत करो